Good morning to all of you. ਅੱਜ ਅਸੀਂ ਸੋਸ਼ੋਲੋਜੀ ਐਂਡ ਸੋਸਾਇਟੀ ਦਾ ਜੋ ਫਸਟ ਚੈਪਟਰ ਅਸੀਂ ਉਹ ਪੜ੍ਹ ਰਹੇ ਸੀ। ਉਸ ਵਿੱਚ ਅਸੀਂ ਸਭ ਤੋਂ ਪਹਿਲਾਂ ਜੋ ਅਸੀਂ ਨੇਚਰ ਆ ਜੋ ਅਸੀਂ ਕੀਤਾ ਸੀਗਾ ਸੋਸ਼ੋਲੋਜੀ ਐਂਡ ਸੋਸਾਇਟੀ ਦਾ, ਕਿ ਉਹਦਾ ਕੀ ਸਾਡੇ ਲਈ ਬੈਨੀਫਿਟ ਆ, ਉਹ ਅਸੀਂ ਪੜ੍ਹਿਆ ਸੀ। ਸੋ ਨੈਕਸਟ ਜੋ ਕਲਾਸ ਆ ਸਾਡੀ ਅੱਜ ਦੀ ਸਕੋਪ, ਉਸ ਵਿੱਚ ਅਸੀਂ ਦੇਖਣਾ ਵੀ ਸਾਡੇ ਲਈ ਕੀ ਜਿਹੜਾ ਬੈਨੀਫਿਟ ਆ ਉਹਦਾ ਸਕੋਪ ਦਾ ਸੋਸ਼ੋਲੋਜੀ ਦਾ। ਜਿਹੜਾ ਸੋਸ਼ੋਲੋਜੀ ਆ ਸਾਡਾ ਵੀ ਜਿਹੜਾ ਰਿਲੇਸ਼ਨਸ਼ਿਪ ਹੈਗਾ ਉਹਦਾ ਟੂ ਅਦਰ ਜਿਹੜਾ ਸੋਸ਼ਲ ਸਾਇੰਸ ਡਿਸਪਲਾਈਨ, ਜੋ ਸਮਾਜ ਦੇ ਨਾਲ ਜੋ ਸੰਬੰਧਤ ਆ, ਜਿਹੜੇ ਅਦਰ ਸਬਜੈਕਟ ਦੇ ਨਾਲ ਵੀ ਆ, ਅਦਰ ਸਬਜੈਕਟ ਦੇ ਨਾਲ ਕੀ ਸੰਬੰਧ ਉਹਦਾ, ਔਰ ਜੋ ਸਾਡਾ ਸੋਸ਼ੋਲੋਜੀ ਅਤੇ ਸੋਸਾਇਟੀ ਕੀ ਜਿਹੜਾ ਸਾਡੇ ਲਈ ਜਿਹੜਾ ਬੈਨੀਫਿਟ ਹੈਗਾ ਉਹ ਅਸੀਂ ਪੜ੍ਹਨ ਜਾ ਰਹੇ ਹਾਂਗੇ। ਜਿਹੜਾ ਸਕੋਪ ਆ, ਸਭ ਤੋਂ ਪਹਿਲਾਂ ਸਕੋਪ ਦੇ ਵਿੱਚ ਕੀ ਹੈਗਾ ਅਸੀਂ ਦੇਖਦੇ ਹਾਂ। ਸੋ ਸਾਡਾ ਫਸਟ ਚੈਪਟਰ ਦੇ ਵਿੱਚ ਕੀ ਹੈਗਾ, ਜਿਹੜਾ ਰਿਲੇਸ਼ਨਸ਼ਿਪ ਟੂ ਅਦਰ ਸਬਜੈਕਟ ਦੇਖਦੇ ਹਾਂ। ਸਭ ਤੋਂ ਪਹਿਲਾਂ ਵੀ ਜਿਹੜਾ ਸੋਸ਼ੋਲੋਜੀ ਆ ਸਾਡਾ ਵੀ ਉਹ ਕਿੰਨੇ ਸਬਜੈਕਟ ਦੇ ਨਾਲ ਜਿਹੜਾ ਉਹਦਾ ਅਟੈਚਮੈਂਟ ਉਹਦੀ ਕਿੰਨੇ ਸਬਜੈਕਟ ਦੇ ਨਾਲ ਜੋ ਮਿਲਿਆ ਹੋਇਆ ਹੈਗਾ, ਕਿੰਨੇ ਸਬਜੈਕਟ ਨੂੰ ਨਾਲ ਲੈ ਕੇ ਚੱਲਦੇ ਆ ਜੋ ਸਾਡਾ ਸੋਸ਼ੋਲੋਜੀ, ਸਾਡਾ ਜੋ ਅਸੀਂ ਪੜ੍ਹ ਰਹੇ ਹਾਂ ਸਮਾਜ ਸ਼ਾਸਤਰ ਬਾਰੇ, ਤਾਂ ਉਹ ਕਿੰਨੇ ਸਬਜੈਕਟ ਦੇ ਨਾਲ ਜਿਹੜਾ ਉਹਦਾ ਰਿਲੇਸ਼ਨਸ਼ਿਪ ਹੈ, ਕਿੰਨੇ ਉਹਦੀ ਅਟੈਚਮੈਂਟ ਜੋ ਹੈਗੀ ਹੈ। ਸਭ ਤੋਂ ਪਹਿਲਾਂ ਹੈ ਇਕਨੋਮਿਕਸ। ਦੇਖੋ ਇਕਨੋਮਿਕਸ ਦੇ ਵਿੱਚ ਕੀ ਹੈਗਾ, ਉਹ ਸਾਡਾ ਜਿਹੜਾ ਸਮਾਜ ਸ਼ਾਸਤਰ, ਇਹਨੂੰ ਅਸੀਂ ਅੱਗੇ ਜਿਹੜਾ ਬਰੀਫ ਦੇ ਵਿੱਚ ਪੜ੍ਹਾਂਗੇ। ਇਕਨੋਮਿਕਸ ਆ ਸਾਡੀ, ਫਿਜ਼ੀਓਲੋਜੀ ਆ ਸਾਡੀ, ਜੀਓਗ੍ਰਾਫੀ ਆ ਸਾਡੀ, ਜਿਹੜਾ ਕਮਿਊਨੀਕੇਸ਼ਨ ਸਟੱਡੀ ਹੈ ਸਾਡੀ, ਐਂਥਰੋਪੋਲੋਜੀ ਆ, ਹਿਸਟਰੀ ਆ ਸਾਡੀ, ਪੋਲੀਟੀਕਲ ਸਾਇੰਸ ਆ, ਜੋ ਇਹਦੇ ਵਿੱਚ ਕੀ ਆ ਸੋਸ਼ੋਲੋਜੀ ਦੇ ਨਾਲ ਜੋ ਮਿਲੀਆਂ ਹੋਈਆਂ ਨੇ, ਜਿਹੜੀਆਂ ਸੋਸ਼ੋਲੋਜੀ ਦੇ ਨਾਲ ਜਿਹੜੀਆਂ ਚੱਲਦੇ ਆ ਸਾਡੇ ਇੰਨੇ ਸਬਜੈਕਟ ਜਿਹੜੇ ਨਾਲ ਚੱਲਦੇ ਆ, ਅਤੇ ਜਿਨ੍ਹਾਂ ਬਾਰੇ ਅਸੀਂ ਪੜ੍ਹਦੇ ਹਾਂ। ਅਸੀਂ ਸਮਾਜ ਦੇ ਵਿੱਚ ਰਹਿ ਕੇ ਇਹਨਾਂ ਸਬਜੈਕਟਾਂ ਦੀ ਜੋ ਐਕਸਪਲੇਨੇਸ਼ਨ ਆ, ਜੋ ਇਹਨਾਂ ਨੂੰ ਅਸੀਂ ਸਮਝਦੇ ਹਾਂਗੇ, ਜਿਹੜਾ ਉਹ ਦੇਖਦੇ ਹਾਂ ਅਸੀਂ ਅੱਗੇ। ਤਾਂ ਇਹਨਾਂ ਤਰ੍ਹਾਂ ਦੇ ਜਿਹੜੇ ਸਬਜੈਕਟ ਨੇ ਸਾਡੇ ਜਿਹੜੇ ਸੋਸ਼ੋਲੋਜੀ ਦੇ ਵਿੱਚ ਜਿਹੜੇ ਅਸੀਂ ਪੜ੍ਹਦੇ ਹਾਂ। ਤਾਂ ਸੋ ਅਸੀਂ ਨੈਕਸਟ ਜਿਹੜਾ ਸਾਡਾ ਹੈ, ਸਭ ਤੋਂ ਪਹਿਲਾਂ ਅਸੀਂ ਪੜ੍ਹਦੇ ਹਾਂ ਸੋਸ਼ੋਲੋਜੀ ਐਂਡ ਇਕਨੋਮਿਕਸ। ਜਿਹੜਾ ਇਕਨੋਮਿਕਸ ਜੋ ਸਾਡਾ ਅਰਥ ਵਿਵਸਥਾ ਸਾਡੀ ਜਿਹੜੀ ਹੈਗੀ ਆ, ਅਰਥ ਸ਼ਾਸਤਰ ਜੋ ਕਿਹਨੂੰ ਕਹਿੰਦੇ ਹਾਂ ਅਸੀਂ, ਉਹ ਸਾਡੀ ਇਕਨੋਮਿਕਸ ਦੇ ਵਿੱਚ ਜੋ ਸਾਡਾ ਹੈਗੀ ਆ ਸ਼ਾਮਲ ਆ। ਇਕਨੋਮਿਕਸ ਇਜ਼ ਦਾ ਸੋਸ਼ਲ ਸਾਇੰਸ ਦਾ ਐਨਾਲਿਸਿਸ ਦੀ ਪ੍ਰੋਡਕਸ਼ਨ। ਜੋ ਦੇਖਦੇ ਹਾਂ ਅਸੀਂ ਵੀ ਇਕਨੋਮਿਕਸ ਹੈ ਕੀ ਸਾਡੇ ਲਈ। ਇਕਨੋਮਿਕਸ ਦਾ ਮਤਲਬ ਹੈ ਵੀ ਜੋ ਅਸੀਂ ਜਿਹੜੀ ਕਿਸੇ ਵੀ ਗੁਡਸ ਜਿਹੜੀਆਂ ਸਾਡੀਆਂ ਹੈਗੀਆਂ ਨੇ, ਉਹਨਾਂ ਨੂੰ ਉਹਨਾਂ ਦੀ ਜਿਹੜੀ ਕੰਜ਼ਿਊਮ ਕਰਦੇ ਹਾਂ, ਜਾਂ ਸਰਵਿਸ ਜਿਹੜੀ ਹੈਗੀ ਹੈ, ਜਾਂ ਜਿਹੜੀ ਵਸਤੂਆਂ ਦੀ ਜਿਹੜੀ ਗੁਡਸ ਦੀ ਜਿਹੜੀ ਪ੍ਰੋਡਿਊਸ ਕਰਦੇ ਹਾਂ ਅਸੀਂ, ਜਾਂ ਉਹਨਾਂ ਦੀ ਡਿਸਟਰੀਬਿਊਸ਼ਨ ਹੈ ਜਾਂ ਪ੍ਰੋਡਕਸ਼ਨ ਆ ਜਿਹੜੀ, ਉਹਨਾਂ ਬਾਰੇ ਅਸੀਂ ਪੜ੍ਹਦੇ ਹੈਗੇ। ਜੋ ਸਾਡੀ ਦਰ ਆ ਗਈ, ਜਿਹੜੀ ਸਾਡੀ ਅਰਥ ਵਿਵਸਥਾ ਦੀ ਦਰ ਆ, ਜਿਹੜੀ ਸਾਡੀ GDP ਬਾਰੇ ਅਸੀਂ ਪੜ੍ਹਦੇ ਹਾਂ, ਤਾਂ ਉਹਦੇ ਵਿੱਚ ਕੀ ਹੈਗਾ ਅਸੀਂ ਸਮਾਜ ਨੂੰ ਲੈ ਕੇ ਨਾਲ ਚੱਲਦੇ ਹਾਂ। ਤਾਂ ਇਹਦੇ ਵਿੱਚ ਜਿਹੜਾ ਸੋਸ਼ੋਲੋਜੀ ਆ ਇਹ ਕੀ ਹੈਗਾ, ਇਹਦੇ ਨਾਲ ਜਿਹੜਾ ਨਾਲ ਚੱਲਦਾ। ਤਾਂ ਇਕਨੋਮਿਕਸ ਦੇ ਜਿਹੜਾ ਨਾਲ ਜਿਹੜਾ ਸੋਸ਼ੋਲੋਜੀ ਹੈ ਸਾਡਾ ਜਿਹੜਾ ਉਹ ਨਾਲ ਚੱਲਦਾ, ਕਿਉਂਕਿ ਸੋਸ਼ੋਲੋਜੀ ਦੇ ਵਿੱਚ ਜੋ ਸਾਡਾ ਸਮਾਜ ਸ਼ਾਸਤਰ ਆ, ਉਹਦੇ ਵਿੱਚ ਕੀ ਹੈ ਇੱਕ ਮਨੁੱਖ ਪ੍ਰਜਾਤੀ ਹੈ ਜਿਹੜੀ ਉਹ ਰਹਿ ਰਹੀ ਆ। ਤਾਂ ਮਨੁੱਖ ਪ੍ਰਜਾਤੀ ਦੀਆਂ ਜਿਹੜੇ ਧਿਆਨ ਦੇ ਵਿੱਚ ਰੱਖ ਕੇ ਜਿਹੜੀ ਇਕਨੋਮਿਕਸ ਦੀ ਜਿਹੜੀ ਦਰ ਹੈ, ਜਿਹੜੀ ਇਕਨੋਮਿਕਸ ਜਿਹੜੀ ਨਿਰਧਾਰਿਤ ਹੁੰਦੀ ਹੈਗੀ, ਤਾਂ ਉਹ ਜਿਹੜੀਆਂ ਚੀਜ਼ਾਂ ਦੀ ਜਿਹੜੀ ਦਰ ਹੈਗੀ, ਉਹਦੇ ਉਤਰਾਅ ਚੜ੍ਹਾਅ ਜਿਹੜੇ ਹੈਗੇ ਜੋ ਵਸਤੂਆਂ ਦੇ ਜਿਹੜੇ ਰੇਟ ਹੈਗੇ, ਉਹ ਉਤਰਾਅ ਚੜ੍ਹਾਅ ਜਿਹੜੇ ਪ੍ਰਾਈਜ਼ ਨੇ, ਜਿਹੜੇ ਉਤਰਾਅ ਚੜ੍ਹਾਅ ਜਿਹੜੇ ਉਹਨਾਂ ਦੇ ਹੁੰਦੇ ਰਹਿੰਦੇ ਆ। ਤਾਂ ਉਹ ਜਿਹੜੇ ਸਮਾਜ ਨੂੰ ਨਾਲ ਲੈ ਕੇ ਚੱਲਦੇ ਆ। ਇਕਨੋਮਿਕਸ ਦੇ ਵਿੱਚ ਕੀ ਆ, ਉਹ ਸਮਾਜ ਨੂੰ ਜਿਹੜਾ ਨਾਲ ਲੈ ਕੇ ਚੱਲਦੇ ਆ, ਕਿਉਂਕਿ ਸਮਾਜ ਦੇ ਵਿੱਚ ਜੋ ਮਨੁੱਖ ਰਹਿ ਰਿਹਾ ਹੈਗਾ, ਇੱਕ ਹਿਊਮਨ ਰਹਿ ਰਿਹਾ ਹੈਗਾ, ਤਾਂ ਉਹਦੇ ਲਈ ਕੀ ਹੈਗਾ, ਜਿਹੜੇ ਉਹ ਵਸਤੂਆਂ ਨੂੰ ਜਿਹੜਾ ਧਿਆਨ ਦੇ ਵਿੱਚ ਰੱਖ ਕੇ ਉਹਨਾਂ ਦੇ ਜਿਹੜੇ ਚੀਜ਼ਾਂ ਦੇ ਜਿਹੜੇ ਮੁੱਲ ਜਿਹੜੇ ਨਿਰਧਾਰਿਤ ਜਿਹੜੇ ਕੀਤੇ ਜਾਂਦੇ ਹੈਗੇ। ਤਾਂ ਇਕਨੋਮਿਕਸ ਜਿਹੜੀ ਨਾਲ ਚੱਲਦੀ ਹੈ, ਅਤੇ ਉਹਦਾ ਰਿਲੇਸ਼ਨਸ਼ਿਪ ਜਿਹੜਾ ਬੜਾ ਗੂੜਾ ਹੈਗਾ ਜਿਹੜਾ ਸੋਸ਼ੋਲੋਜੀ ਦੇ ਨਾਲ। ਸੈਕਿੰਡ ਸਾਡਾ ਹੈ ਉਹ ਹੈ ਸੋਸ਼ੋਲੋਜੀ ਐਂਡ ਦਾ ਪੋਲੀਟੀਕਲ ਸਾਇੰਸ ਦਾ। ਦੇਖਦੇ ਵੀ ਕੇਸ ਆਫ ਇਕਨੋਮਿਕਸ ਦੇਅਰ ਇਜ਼ ਐਂਡ ਦਾ ਇੰਟਰੈਕਸ਼ਨ ਜਿਹੜੀ ਹੈਗੀ ਉਹ ਕੀ ਹੈਗੇ, ਜਿਹੜੇ ਮੈਥਡ ਨੇ ਜਿਹੜੇ ਸਾਡੇ, ਉਹ ਅਪਰੋਚਸ ਨੇ ਜਿਹੜੀਆਂ ਹੈਗੀਆਂ ਨੇ, ਉਹ ਸਾਡੀਆਂ ਜਿਹੜੀਆਂ ਸੋਸਾਇਟੀ ਦੇ ਨਾਲ ਜਿਹੜਾ ਮਿਲਦੀਆਂ ਹੈਗੀਆਂ ਨੇ, ਜਿਹੜੇ ਸਾਡੇ ਪੋਲੀਟੀਕਲ ਸਾਇੰਸ ਦੇ। ਇਹਦੇ ਵਿੱਚ ਕੀ ਹੁੰਦਾ ਗਾ, ਜਿਹੜੇ ਪੋਲੀਟੀਕਲ ਸਾਇੰਸ ਦਾ ਜਿਹੜਾ ਸੰਬੰਧ ਹੈ ਸੋਸ਼ੋਲੋਜੀ ਦੇ ਨਾਲ, ਇਹ ਵੀ ਬੜਾ ਗੂੜਾ ਜਿਹੜਾ ਸੰਬੰਧ ਹੈਗਾ। ਉਹ ਕਿਵੇਂ ਹੈਗਾ, ਕਿਉਂਕਿ ਜਿਹੜੀਆਂ ਪੋਲੀਟੀਕਲ ਜੋ ਪਾਰਟੀਜ਼ ਹੈ, ਉਹਨਾਂ ਬਾਰੇ ਜੋ ਅਸੀਂ ਉਹਨਾਂ ਨੂੰ ਜਿਹੜਾ
ਉਹਨਾਂ ਨੂੰ ਬਣਾਇਆ ਜਾਂਦਾ, ਜੋ ਕੋਈ ਨਿਊ ਪਾਰਟੀ ਹੈ ਜਾਂ ਕੋਈ ਓਲਡ ਪਾਰਟੀ ਹੈਗੇ ਜਿਵੇਂ ਕਾਂਗਰਸ ਵਗੈਰਾ ਜੋ ਵੀ, ਉਹ ਸਾਰੀਆਂ ਕੀ ਹੈਗੀਆਂ ਜਿਹੜੀਆਂ ਸਮਾਜ ਦੇ ਵਿੱਚੋਂ ਜਿਹੜੀਆਂ ਉਹ ਨਿਰਧਾਰਿਤ ਕੀਤੀਆਂ ਜਾਂਦੀਆਂ, ਸਮਾਜ ਦੇ ਵਿੱਚੋਂ ਜਿਹੜੇ ਉਹਨਾਂ ਦੇ ਜੋ ਸਦੱਸਿਆ ਮੈਂਬਰ ਨੇ, ਜਿਹੜੀ ਇਹ ਪਾਰਟੀਆਂ ਬਣਦੀਆਂ ਉਹ ਸਮਾਜ ਦੇ ਨਾਲ ਸੰਬੰਧਿਤ ਹੀ ਹੁੰਦੀਆਂ। ਤਾਂ ਸਮਾਜ ਦੇ ਵਿੱਚੋਂ ਜਿਹੜੀਆਂ ਉਹਨਾਂ ਪਾਰਟੀਆਂ ਨੂੰ ਜਿਹੜਾ ਬਣਾਇਆ ਜਾਂਦਾ ਗਾ, ਅਤੇ ਤਾਂ ਕਰਕੇ ਜਿਹੜਾ ਸੋਸ਼ੋਲੋਜੀ ਦਾ ਨਾਲ ਜਿਹੜਾ ਪੋਲੀਟੀਕਲ ਸਾਇੰਸ ਦਾ ਜਿਹੜਾ ਸੰਬੰਧ ਹੈ, ਜਦੋਂ ਸਾਡੀ ਰਾਜਨੀਤੀ ਰਾਜਨੀਤਿਕ ਸ਼ਾਸਤਰ ਹੈ ਉਹ ਵੀ ਸਮਾਜ ਦੇ ਨਾਲ ਜਿਹੜਾ ਸੰਬੰਧ ਬਣਦਾ। ਕਿਉਂਕਿ ਜੋ ਕੋਈ ਵੀ ਜੇ ਪੋਲਿਸੀ ਲਾਗੂ ਹੁੰਦੀ ਹੈਗੀ, ਜਾਂ ਕੋਈ ਨਵੀਆਂ ਪਾਰਟੀਆਂ ਦਾ ਜਿਹੜਾ ਉਥਾਨ ਜਿਹੜਾ ਹੁੰਦਾ ਗਾ, ਉਹ ਜਿਹੜਾ ਸਾਰਾ ਕੀ ਹੈਗਾ, ਉਹ ਸਮਾਜ ਨੂੰ ਜਿਹੜਾ ਧਿਆਨ ਦੇ ਵਿੱਚ ਰੱਖ ਕੇ, ਸਮਾਜ ਦਾ ਜੋ ਬੈਨੀਫਿਟ ਆ ਉਹਦੇ ਵਿੱਚ ਉਹਨੂੰ ਧਿਆਨ ਦੇ ਵਿੱਚ ਰੱਖ ਕੇ ਜਿਹੜੀਆਂ ਕੋਈ ਨਵੀਆਂ ਪੋਲਿਸੀਆਂ ਜਿਹੜੀਆਂ ਲਾਗੂ ਹੁੰਦੀਆਂ ਨੇ, ਜਾਂ ਕੋਈ ਵੀ ਬਜਟ ਪੇਸ਼ ਹੁੰਦਾ, ਉਹ ਸਮਾਜ ਦੇ ਹਿੱਤ ਦੇ ਵਿੱਚ ਜਿਹੜਾ ਧਿਆਨ ਰੱਖ ਕੇ ਜਿਹੜਾ ਉਹਨੂੰ ਜਿਹੜਾ ਨਵੇਂ ਬਜਟ ਜਿਹੜੇ ਕੀਤੇ ਜਾਂਦੇ ਹੈਗੇ, ਨਵੇਂ ਬਿੱਲ ਜਿਹੜੇ ਪੇਸ਼ ਕੀਤੇ ਜਾਂਦੇ ਹੈਗੇ, ਤਾਂ ਕਿ ਜਿਹੜਾ ਸਮਾਜ ਦੇ ਹੈਗਾ, ਜਿਹੜਾ ਸਾਡਾ ਜਿਹੜੇ ਸਮਾਜ ਦੇ ਵਿੱਚ ਲੋਕ ਰਹਿ ਰਹੇ ਹੈਗੇ, ਉਹਨਾਂ ਦੇ ਜਿਹੜਾ ਧਿਆਨ ਰੱਖਿਆ ਜਾ ਸਕੇ। ਉਹਨਾਂ ਦੀ ਜਿਹੜੀ ਹਾਲਤ ਆ, ਜਿਹੜੀ ਜੋ ਬਹੁਤ ਸਾਰੀਆਂ ਜਿਹੜੇ ਹੈਗੇ ਕੋਈ ਵੀ ਜਿਵੇਂ ਗਰੀਬੀ ਜੋ ਹੈਗਾ, ਕੋਈ ਜਿਹੜਾ ਸਾਡੀ ਜਿਹੜੀ ਹੈਗੀ ਕੋਈ ਕਾਨੂੰਨ ਨੂੰ ਲੈ ਕੇ ਜੋ ਕੋਈ ਬੇਰੁਜ਼ਗਾਰੀ ਹੈਗੀ, ਉਹਨਾਂ ਚੀਜ਼ਾਂ ਨੂੰ ਜਿਹੜਾ ਧਿਆਨ ਦੇ ਵਿੱਚ ਰੱਖ ਕੇ ਜਿਹੜਾ ਕੋਈ ਵੀ ਨਵੀਂ ਪਾਰਟੀ ਦਾ ਉਥਾਨ ਜਾਂ ਬਿੱਲ ਜਾਂ ਪੇਸ਼ ਕਰਦੇ ਹੈਗੇ, ਉਹ ਸਾਰਾ ਕੀ ਹੈਗਾ ਜਿਹੜਾ ਸਮਾਜ ਦੇ ਨਾਲ ਸੰਬੰਧਿਤ ਹੁੰਦਾ ਗਾ। ਕੋਈ ਵੀ ਕਾਨੂੰਨ ਜਿਹੜਾ ਲਾਗੂ ਹੁੰਦਾ ਉਹ ਸਾਰਾ ਕੀ ਹੈਗਾ ਇੱਕ ਸਮਾਜ ਨੂੰ ਜਿਹੜਾ ਧਿਆਨ ਦੇ ਵਿੱਚ ਰੱਖ ਕੇ ਜਿਹੜਾ ਉਹ ਨਵੇਂ ਜਿਹੜੇ ਕੋਈ ਵੀ ਬਿੱਲ ਜਿਹੜੇ ਪਾਸ ਕੀਤੇ ਜਾਂਦੇ ਹੈਗੇ। ਤਾਂ ਕਰਕੇ ਕੀ ਹੈਗਾ ਜਿਹੜਾ ਪੋਲੀਟੀਕਲ ਸਾਇੰਸ ਦਾ ਵੀ ਜਿਹੜਾ ਸੋਸ਼ੋਲੋਜੀ ਦੇ ਨਾਲ ਜਿਹੜਾ ਗੂੜਾ ਇੱਕ ਸੰਬੰਧ ਜਿਹੜਾ ਬਣਦਾ ਗਾ। ਤਾਂ ਜਿਹੜਾ ਹੈਗਾ ਗਾ ਉਹਦੇ ਬਾਰੇ ਕੀ ਹੈਗਾ, ਸਾਨੂੰ ਜਿਹੜਾ ਸਮਾਜ ਦੇ ਵਿੱਚ ਰਹਿਣ ਸਾਰ ਕੀ ਹੈਗਾ, ਜਿਹੜੇ ਅਸੀਂ ਸਟੂਡੈਂਟਸ ਨੂੰ ਜਿਹੜਾ ਪੜ੍ਹਾਉਣਾ ਗਾ, ਤਾਂ ਉਹਦੇ ਵਿੱਚ ਜਿਹੜਾ ਸਟੂਡੈਂਟਸ ਨੂੰ ਵੀ ਪਤਾ ਹੋਣਾ ਚਾਹੀਦਾ ਸਾਡੇ ਸਮਾਜ ਦੇ ਅੰਦਰ ਕਿਹੜੀ ਨਵੀਂ ਪਾਰਟੀ ਆਈ ਹੈ, ਜਾਂ ਸਾਡੇ ਸਮਾਜ ਦੇ ਵਿੱਚ ਜਿਹੜੇ ਕਿੰਨੀਆਂ ਪਾਰਟੀਆਂ ਨੇ, ਤਾਂ ਉਹਨਾਂ ਦਾ ਜਿਹੜਾ ਬੈਕਗਰਾਊਂਡ ਕੀ ਹੈਗਾ, ਉਹ ਸਾਡੇ ਲਈ ਕੀ ਕੁਛ ਕਰ ਸਕਦੇ, ਸਾਡੇ ਲਈ ਕੀ ਜਿਹੜੀਆਂ ਬੈਨੀਫਿਟ ਨੇ, ਕੀ ਸਾਡੇ ਲਈ ਜਿਹੜਾ ਇੱਕ ਨਵੇਂ ਜਿਹੜੇ ਬਿੱਲ ਕੋਈ ਲਾਗੂ ਹੋਣਗੇ, ਉਹ ਸਾਡੇ ਲਈ ਕਿੰਨੇ ਇੱਕ ਬੈਨੀਫਿਟ ਹੁੰਦੇ ਹੈਗੇ। ਤਾਂ ਉਹਨਾਂ ਦਾ ਵੀ ਜਿਹੜਾ ਇੱਕ ਸਟੂਡੈਂਟ ਨੂੰ ਜਿਹੜਾ ਪੜ੍ਹਨ ਦੀ ਜਿਹੜੀ ਜ਼ਰੂਰਤ ਪੈਂਦੀ ਹੈਗੀ, ਤਾਂ ਉਹ ਵੀ ਚੀਜ਼ਾਂ ਨੂੰ ਜਿਹੜਾ ਧਿਆਨ ਦੇ ਵਿੱਚ ਰੱਖ ਸਕਦਾ ਗਾ। ਤਾਂ ਸੋਸ਼ੋਲੋਜੀ ਅਤੇ ਪੋਲੀਟੀਕਲ ਸਾਇੰਸ ਦਾ ਵੀ ਜਿਹੜਾ ਇੱਕ ਸੰਬੰਧ ਜਿਹੜਾ ਕਾਇਮ ਹੈ। ਥਰਡ ਪੁਆਇੰਟ ਜਿਹੜਾ ਹੈ ਉਹ ਹੈ ਸੋਸ਼ੋਲੋਜੀ ਐਂਡ ਹਿਸਟਰੀ। ਜਿਹੜਾ ਸੋਸ਼ੋਲੋਜੀ ਐਂਡ ਹਿਸਟਰੀ ਹੈ ਜਿਹੜੀ ਸਾਡੀ, ਤਾਂ ਉਹਦੇ ਵਿੱਚ ਕੀ ਹੈਗਾ, ਉਹਦੇ ਵਿੱਚ ਵੀ ਜਿਹੜਾ ਸਾਡਾ ਜੋ ਅਸੀਂ ਹਿਸਟੋਰੀਕਲ ਬਾਰੇ ਜਿਹੜਾ ਜਾਣਨਾ ਹੁੰਦਾ ਗਾ, ਜੋ ਸਾਡਾ ਸਾਡਾ ਇਤਿਹਾਸ ਹੈਗਾ, ਤਾਂ ਜਿਹੜਾ ਉਹਦੇ ਬਾਰੇ ਵੀ ਜਿਹੜਾ ਅਸੀਂ ਧਿਆਨ ਦੇ ਵਿੱਚ ਰੱਖ ਸਕਦੇ ਹੈਗੇ। ਉਹਦੇ ਬਾਰੇ ਜਿਹੜਾ ਪੜ੍ਹਨਾ ਗਾ, ਸਮਾਜ ਦੇ ਵਿੱਚ ਰਹਿ ਕੇ ਸਾਨੂੰ ਫਿਰ ਹੀ ਪਤਾ ਲੱਗਦਾ ਕਿਸੇ ਚੀਜ਼ ਦਾ ਵੀ ਸਾਡੇ ਮੰਨ ਲਓ ਵੀ ਅਸੀਂ ਸਮਾਜ ਦੇ ਵਿੱਚ ਰਹਿੰਦੇ ਹੈਗੇ, ਤਾਂ ਜਿਹੜਾ ਅਸੀਂ ਹਿਸਟਰੀ ਬਾਰੇ ਅਸੀਂ ਕਿੱਥੋਂ ਪਤਾ ਕਰਾਂਗੇ, ਜਾਂ ਸਾਨੂੰ ਕੋਈ ਚਿੰਨ੍ਹ ਮਿਲਣਗੇ, ਤਾਂ ਅਸੀਂ ਉਹਨਾਂ ਚੀਜ਼ਾਂ ਨੂੰ ਜਿਹੜਾ ਧਿਆਨ ਦੇ ਵਿੱਚ ਰੱਖ ਕੇ ਜਿਹੜਾ ਪੜ੍ਹ ਸਕਦੇ ਹਾਂ ਸਮਾਜ ਦੇ ਵਿੱਚ ਰਹਿ ਕੇ, ਵੀ ਕੋਈ ਨਵੀਂ ਚੀਜ਼ ਦਾ ਉਥਾਨ ਹੋਇਆ ਗਾ, ਕਿਹੜੇ ਇੱਥੇ ਬਸਤੀਆਂ ਸੀਗੀਆਂ, ਕਿਹੜੇ ਲੋਕ ਰਹਿੰਦੇ ਸੀਗੇ, ਉਹਨਾਂ ਦੇ ਅਸੀਂ ਚਿੰਨ੍ਹਾਂ ਤੋਂ ਅਸੀਂ ਪਤਾ ਲਗਾ ਸਕਦੇ ਹਾਂ ਕਿ ਵੀ ਸਾਡੀ ਹਿਸਟਰੀ ਕੀ ਹੈ, ਸਾਡਾ ਜਿਹੜਾ ਇਤਿਹਾਸ ਸਾਡਾ ਕੀ ਹੈਗਾ। ਇਹਨਾਂ ਚੀਜ਼ਾਂ ਦੇ ਕਾਰਨ ਕੀ ਹੈਗਾ, ਜਿਹੜਾ ਸੋਸ਼ੋਲੋਜੀ ਦੇ ਜਿਹੜਾ ਸਮਾਜ ਹੈ ਸਾਡਾ, ਸਾਨੂੰ ਫਿਰ ਹੀ ਪਤਾ ਲੱਗਿਆ ਜੋ ਸਾਨੂੰ ਕਿਤਾਬਾਂ ਤੋਂ ਸਾਨੂੰ ਇਹ ਚੀਜ਼ਾਂ ਦੀ ਜਿਹੜੀ ਜਾਣਕਾਰੀ ਮਿਲੀ ਵੀ ਸਾਡਾ ਜਿਹੜਾ ਇਤਿਹਾਸ ਕੀ ਹੈ ਸਾਡਾ। ਅਤੇ ਇਹਨਾਂ ਚੀਜ਼ਾਂ ਨੂੰ ਲੈ ਕੇ ਹੀ ਜਿਹੜਾ ਅਸੀਂ ਪੜ੍ਹਦੇ ਹਾਂ, ਜਿਹੜੀਆਂ ਸਾਡੇ ਕੋਲ ਕਿਤਾਬਾਂ ਨੇ ਜਿਹੜੀਆਂ, ਉਹਨਾਂ ਦੇ ਵਿੱਚ ਹੀ ਜਿਹੜਾ ਸਾਨੂੰ ਇਹਨਾਂ ਚੀਜ਼ਾਂ ਦੀ ਜਿਹੜੀ ਜਾਣਕਾਰੀ ਮਿਲਦੀ ਹੈ ਹਿਸਟਰੀ ਦੀ। ਤਾਂ ਸਾਡੇ ਲਈ ਜਿਹੜਾ ਬਹੁਤ ਜ਼ਰੂਰੀ ਬਣ ਜਾਂਦਾ, ਸਮਾਜ ਦੇ ਵਿੱਚ ਰਹਿ ਕੇ ਹੀ ਜਿਹੜਾ ਸਾਡਾ ਅਸੀਂ ਦੇਖਦੇ ਹਾਂ ਵੀ ਸਾਡੇ ਤੋਂ ਪਹਿਲਾਂ ਕਿਹੜਾ ਸਮਾਜ ਸੀਗਾ, ਜਿਹੜਾ ਉਹ ਕਿੰਨਾ ਮਸ਼ਹੂਰ ਸੀ, ਉਹਦੇ ਚਿੰਨ੍ਹ ਕੀ ਸੀਗੇ। ਇਹ ਚੀਜ਼ਾਂ ਤੋਂ ਜਿਹੜਾ ਸੋਸ਼ੋਲੋਜੀ ਦੇ ਵਿੱਚ ਜਿਹੜਾ ਹਿਸਟਰੀ ਦਾ ਇੱਕ ਗੂੜਾ ਸੰਬੰਧ ਬਣਦਾ ਗਾ, ਤਾਂ ਉਹਦੇ ਨਾਲ ਹੀ ਜਿਹੜਾ ਸਾਨੂੰ ਪਤਾ ਲੱਗਦਾ ਗਾ ਵੀ ਸਾਡਾ ਇਤਿਹਾਸ ਕੀ ਹੈਗਾ। ਤਾਂ ਹਿਸਟਰੀ ਸਾਡੇ ਲਈ ਜਿਹੜਾ ਹਿਸਟਰੀ ਪਾਰਟ ਆ ਜਿਹੜਾ ਸੋਸ਼ੋਲੋਜੀ ਦੇ ਵਿੱਚ, ਇਹ ਵੀ ਇੰਪੋਰਟੈਂਸ ਬਣ ਜਾਂਦਾ ਗਾ। ਸਾਡਾ ਜਿਹੜਾ ਹੈਗਾ ਗਾ ਉਹ ਨੈਕਸਟ ਪਾਰਟ ਆ ਜਿਹੜਾ ਸਾਡਾ ਸੋਸ਼ੋਲੋਜੀ ਐਂਡ ਫਿਜ਼ੀਓਲੋਜੀ, ਜੋ ਸਾਡੀ ਮਨੋਵਿਗਿਆਨਕ ਆ। ਤਾਂ ਜਿਹੜਾ ਸਾਡਾ ਸਟੱਡੀ ਆਫ ਜਿਹੜਾ ਥਾਊਟਸ ਅਤੇ ਫੀਲਿੰਗ ਜਿਹੜੀਆਂ ਹੈਗੀਆਂ ਨੇ, ਉਹ ਅਸੀਂ ਸਮਾਜ ਦੇ ਵਿੱਚ ਰਹਿ ਕੇ ਜਿਹੜਾ ਜੋ ਅਸੀਂ ਫੈਸਲੇ ਨੇ ਸਾਡੇ, ਉਹ ਅਸੀਂ ਕੀ ਹੈਗਾ, ਅਸੀਂ ਜਿਹੜਾ ਸਮਾਜ ਦੇ ਵਿੱਚ ਰਹਿ ਕੇ ਜਿਹੜਾ ਮਨੋਵਿਗਿਆਨਕ ਤਰੀਕੇ ਨਾਲ ਅਸੀਂ ਜਿਹੜਾ ਗਿਆਨ ਨੂੰ ਹਾਸਲ ਕਰ ਸਕਦੇ ਹੈਗੇ। ਤਾਂ ਜਿਹੜੀ ਸਾਡੀ ਮਨੋਵਿਗਿਆਨਕ ਸੋਚ ਦੇ ਕਾਰਨ ਕੀ ਹੈ ਵੀ ਅਸੀਂ ਦੇਖਦੇ ਹਾਂ ਵੀ ਸਮਾਜ ਦੇ ਵਿੱਚ ਕਿੰਨਾ ਕੁਛ ਜਿਹੜਾ ਵਾਪਰ ਰਿਹਾ ਹੈਗਾ, ਉਹ ਸਾਰੀਆਂ ਚੀਜ਼ਾਂ ਕੀ ਹੈਗੀਆਂ ਅਸੀਂ ਆਪਣੇ ਦਿਮਾਗ ਦੇ ਨਾਲ ਜਿਹੜਾ ਮਨੋਵਿਗਿਆਨਕ ਤਰੀਕੇ ਨਾਲ ਅਸੀਂ ਜਿਹੜਾ ਸੋਚਦੇ ਹੈਗੇ, ਸਮਝਦੇ ਹੈਗੇ। ਤਾਂ ਉੱਥੇ ਸਾਨੂੰ ਜਿਹੜਾ ਆਪਣੇ ਚੰਗੇ ਮਾੜੇ ਦੀ ਜਿਹੜੀ ਪਰਖ ਜਿਹੜੀ ਹੋ ਜਾਂਦੀ ਹੈਗੀ।
ਤਾਂ ਅਸੀਂ ਕਿੰਨਾ ਕੁ ਕੰਟਰੋਲ ਆਪਣੇ ਆਪ 'ਤੇ ਰੱਖ ਸਕਦੇ ਹੈਗੇ। ਇਹ ਸਾਰੀਆਂ ਚੀਜ਼ਾਂ ਕੀ ਆ ਸਾਡੀ ਮਨੋਵਿਗਿਆਨਕ ਤਰੀਕੇ ਨਾਲ ਜਿਹੜਾ ਅਸੀਂ ਕਰ ਸਕਦੇ ਹਾਂ। ਅਤੇ ਸੋਸ਼ੋਲੋਜੀ ਦੇ ਕੀ ਹੈਗਾ, ਜੋ ਅਸੀਂ ਸੁਸਾਇਟੀ ਬਾਰੇ, ਕਲਚਰ ਬਾਰੇ ਜਿਹੜਾ ਆਪਣੀ ਸੋਚ ਦੇ ਮੁਤਾਬਕ ਜਿਹੜਾ ਅਪਣਾ ਸਕਦੇ, ਉਹਦੇ ਬਾਰੇ ਅਸੀਂ ਜਿਹੜੀ ਜਾਣਕਾਰੀ ਜਿਹੜੀ ਹਾਸਲ ਕਰ ਸਕਦੇ ਹੈਗੇ। ਤਾਂ ਸਾਡੀ ਸੋਚ ਦੀ, ਜੋ ਸਾਡਾ ਕੌਨਸ਼ੀਅਸ ਮਾਈਂਡ ਆ ਜਿਹੜਾ ਸਾਡਾ, ਉਹਦੇ ਨਾਲ ਅਸੀਂ ਜਿਹੜਾ ਕਿੰਨਾ ਕੁ ਜਿਹੜਾ ਅਸੀਂ ਹਾਸਲ ਕਰ ਸਕਦੇ ਹਾਂ। ਸਾਡੀ ਜੋ ਸੋਚ ਆ, ਜਿਹੜੀ ਮਨੋਵਿਗਿਆਨਕ ਸੋਚ ਹੈਗੀ, ਉਹਦੇ ਨਾਲ ਕੀ ਅਸੀਂ ਆਪਣੇ ਦਿਮਾਗ 'ਤੇ ਕੰਟਰੋਲ ਰੱਖ ਕੇ ਉਹਦੇ ਬਾਰੇ, ਸਾਡੇ ਕਲਚਰ ਬਾਰੇ, ਸਾਡਾ ਜਿਹੜਾ ਬੈਕਗਰਾਊਂਡ ਬਾਰੇ, ਸਾਡਾ ਜੋ ਪਿਛੋਕੜ ਹੈ, ਸਮਾਜ ਬਾਰੇ ਅਸੀਂ ਜਾਣ ਸਕਦੇ ਹੈਗੇ। ਜੇ ਅਸੀਂ ਸਾਡੇ ਮਾਈਂਡ ਨੂੰ ਕੰਟਰੋਲ ਦੇ ਵਿੱਚ ਕਰਕੇ, ਜੇ ਅਸੀਂ ਇਹ ਚੀਜ਼ਾਂ ਨੂੰ ਜਿਹੜਾ ਕੰਟਰੋਲ ਨਹੀਂ ਕਰ ਸਕਦੇ, ਤਾਂ ਸਮਾਜ ਦਾ ਜੋ ਅਸੀਂ ਹਿੱਸਾ ਹੈਗੇ ਅਸੀਂ ਆਪਣੇ ਆਪ ਨੂੰ ਜਿਹੜਾ ਗਵਾ ਲਵਾਂਗੇ। ਤਾਂ ਉਹਦੇ ਨਾਲ ਕੀ ਆ ਸਾਡੇ ਸਮਾਜ ਨੂੰ ਵੀ ਠੇਸ ਪਹੁੰਚੂਗੀ, ਜੇ ਅਸੀਂ ਆਪਣੇ ਆਪ ਦਿਮਾਗ ਦੇ ਉੱਪਰ ਜੇ ਅਸੀਂ ਕੰਟਰੋਲ ਨਹੀਂ ਕਰ ਸਕਦੇ। ਤਾਂ ਇਹਦੇ ਨਾਲ ਕੀ ਹੈਗਾ, ਸਾਡੀ ਜਿਹੜੀ ਸੋਚ ਦੇ ਵਿੱਚ ਜਿਹੜਾ ਬਦਲਾਵ ਜਿਹੜਾ ਆਉਂਦਾ ਜਾਵੇਗਾ, ਉਤਰਾਅ ਚੜਾਅ ਜਿਹੜੇ ਆਉਂਦੇ ਰਹਿਣਗੇ। ਤਾਂ ਇਹਦੇ ਲਈ ਕੀ ਹੈਗਾ, ਸਾਡੇ ਲਈ ਸਮਾਜ ਦੇ ਵਿੱਚ ਰਹਿ ਕੇ ਸਾਨੂੰ ਕੀ ਹੈਗਾ, ਜਿਹੜੀ ਸਾਡੀ ਮਨੋਵਿਗਿਆਨਕ ਸੋਚ ਹੈ ਜਿਹੜੀ ਸਾਨੂੰ ਅਪਣਾਉਣੀ ਚਾਹੀਦੀ, ਅਤੇ ਸਾਨੂੰ ਜਿਹੜਾ ਸਮਾਜ ਨੂੰ ਜਿਹੜਾ ਜਾਣਨਾ ਚਾਹੀਦਾ ਗਾ। ਅੱਗੇ ਸਾਡੀ ਹੈ ਸੋਸ਼ੋਲੋਜੀ ਐਂਡ ਜਿਹੜਾ ਸੋਸ਼ਲ ਐਂਥਰੋਪੋਲੋਜੀ, ਜੋ ਸਾਡਾ ਸਮਾਜੀਕਰਨ ਆ, ਜੋ ਉਹਦੇ ਵਿੱਚ ਕੀ ਆ ਵੀ ਬਹੁਤ ਸਾਰੇ ਜਿਹੜੇ ਧਰਮ ਨੇ, ਕਾਸਟ ਨੇ ਜਿਹੜੀਆਂ ਉਹਨਾਂ ਸਮਾਜ ਦੇ ਵਿੱਚ ਜਿਹੜੀਆਂ ਰਹਿੰਦੀਆਂ ਨੇ, ਤਾਂ ਉਹਨਾਂ ਬਾਰੇ ਜੋ ਉਹਦਾ ਪਿਛੋਕੜ ਹੈ, ਕਿੰਨੇ ਕੁ ਲੋਕ ਸੀਗੇ ਜਿਹੜੇ ਉਹ ਪਿਛੋਕੜ ਬਾਰੇ ਅਸੀਂ ਜਾਣ ਸਕਦੇ ਹਾਂ ਐਂਥਰੋਪੋਲੋਜੀ ਦੇ ਵਿੱਚ। ਉਹਦੇ ਬਾਰੇ ਕੀ ਹੁੰਦਾ ਵੀ ਸਾਨੂੰ ਪਤਾ ਲੱਗਦਾ ਗਾ ਵੀ ਸਮਾਜ ਦੇ ਵਿੱਚ ਸਾਡੇ ਤੋਂ ਪਹਿਲਾਂ ਕੌਣ ਰਹਿ ਰਿਹਾ ਸੀ, ਉਹਨਾਂ ਦੇ ਚਿੰਨ੍ਹਾਂ ਤੋਂ ਸਾਨੂੰ ਪਤਾ ਲੱਗ ਸਕਦਾ ਗਾ ਵੀ ਸਾਡੇ ਸਮਾਜ ਦੇ ਵਿੱਚ ਹੋਰ ਕਿਹੜੇ ਧਰਮ, ਕਾਸਟਾਂ ਜਿਹੜੇ ਰਹਿ ਰਹੇ ਸੀਗੇ, ਲੋਕ ਆ ਕਿਹੜੇ ਰਹੇ ਸੀਗੇ ਇੱਥੇ, ਕਿੰਨਾ ਲੋਕਾਂ ਦਾ ਵਸਨੀਕ ਸੀਗੇ ਜਿਹੜੇ ਸਾਡੇ ਸਮਾਜ ਦੇ ਵਿੱਚ ਰਹਿੰਦੇ ਸੀਗੇ, ਉਹਨਾਂ ਦਾ ਕੀ ਖਾਣ ਪੀਣ ਸੀ, ਕਿਹੜੇ ਪਸ਼ੂ ਪਾਲਦੇ ਸੀ ਉਹ, ਉਹਨਾਂ ਦਾ ਪਹਿਰਾਵਾ, ਉਹਨਾਂ ਦਾ ਖਾਣ ਪੀਣ, ਉਹਨਾਂ ਦਾ, ਇਹ ਸਾਰੀਆਂ ਚੀਜ਼ਾਂ ਅਸੀਂ ਜਿਹੜਾ ਐਂਥਰੋਪੋਲੋਜੀ ਦੇ ਵਿੱਚ ਜਿਹੜਾ ਪੜ੍ਹ ਸਕਦੇ ਹੈਗੇ। ਅਤੇ ਸੋਸ਼ੋਲੋਜੀ ਜਿਹੜਾ ਸਬਜੈਕਟ ਆ ਸਾਡਾ, ਉਹ ਸਾਨੂੰ ਜਿਹੜਾ ਸੋਸ਼ਲ ਐਂਥਰੋਪੋਲੋਜੀ ਤੋਂ ਵੀ ਜਿਹੜਾ ਸਾਨੂੰ ਨੌਲੇਜ ਦਿੰਦਾ ਗਾ। ਤਾਂ ਅਸੀਂ ਸਮਾਜ ਦੇ ਵਿੱਚ ਰਹਿ ਕੇ ਅਸੀਂ ਇਹਨਾਂ ਚੀਜ਼ਾਂ ਬਾਰੇ ਜਿਹੜਾ ਜਾਣਕਾਰੀ ਪ੍ਰਾਪਤ ਕਰ ਸਕਦੇ ਹਾਂ, ਹਾਸਲ ਕਰ ਸਕਦੇ ਹੈਗੇ। ਐਂਥਰੋਪੋਲੋਜੀ ਜਿਹੜਾ ਸਾਡੀ ਸੋਸ਼ਲ ਐਂਥਰੋਪੋਲੋਜੀ ਦੇ ਵਿੱਚ ਸਮਾਜੀਕਰਨ ਹੈ ਜੋ ਸਾਡਾ, ਉਹਦੇ ਬਾਰੇ ਅਸੀਂ ਜਾਣ ਸਕਦੇ ਹਾਂ। ਅਤੇ ਐਂਥਰੋਪੋਲੋਜੀ ਜਿਹੜੀ ਸਾਡੀ ਐਂਥਰੋਪੋਲੋਜੀ ਦਾ ਜਿਹੜੀ ਸਾਡੀ ਸੋਸ਼ੋਲੋਜੀ ਉਹਦੇ ਨਾਲ ਵੀ ਸਾਡਾ ਜਿਹੜਾ ਗੂੜਾ ਸੰਬੰਧ ਜਿਹੜਾ ਬਣਦਾ ਹੈਗਾ ਅਤੇ ਕਾਇਮ ਆ ਸਾਡਾ ਸੰਬੰਧ। ਤਾਂ ਉਹ ਵੀ ਜਿਹੜਾ ਐਂਥਰੋਪੋਲੋਜੀ ਦੇ ਵਿੱਚ ਅਸੀਂ ਇਹ ਚੀਜ਼ਾਂ ਨੂੰ ਜਿਹੜਾ ਪੜ੍ਹ ਸਕਦੇ ਹਾਂ, ਜੋ ਸਾਡੇ, ਕਿਉਂਕਿ ਇਸ ਵਿੱਚ ਕੀ ਹੈਗਾ, ਇਸ ਵਿੱਚ ਜਿਹੜਾ ਪਤਾ ਲੱਗਦਾ ਸਾਨੂੰ ਵੀ ਸਾਡੇ ਦੇਸ਼ ਦੇ ਵਿੱਚ, ਸਾਡੀ ਕੰਟਰੀ ਦੇ ਵਿੱਚ ਜੋ ਕਿੰਨੇ ਸਾਰੇ ਜਿਹੜੇ ਕਬੀਲੇ ਆ ਕੇ ਬਸੇ। ਤਾਂ ਕੁਛ ਲੋਕ ਸੀ ਜਿਹੜੇ ਯੂਰਪ ਦੇ ਲੋਕ ਆਏ, ਠੀਕ ਆ, ਜਿਹੜੇ ਯੂਨਾਨ ਦੇ ਲੋਕ ਜਿਹੜੇ ਪਹੁੰਚੇ ਇੱਥੇ, ਜਾਂ ਇਹ ਚੀਜ਼ਾਂ ਜਿਹੜੀਆਂ ਹੈਗੀਆਂ ਨੇ, ਜਾਂ ਅਫਗਾਨੀ ਆਏ, ਇਹ ਸਾਰੀਆਂ ਇਹ ਚੀਜ਼ਾਂ ਨੂੰ ਅਸੀਂ ਪੜ੍ਹ ਸਕਦੇ ਹਾਂ। ਉਹਨਾਂ ਦੇ ਇਤਿਹਾਸ ਬਾਰੇ, ਉਹਨਾਂ ਦੇ ਚਿੰਨ੍ਹਾਂ ਬਾਰੇ ਅਸੀਂ ਜਾਣ ਸਕਦੇ ਹਾਂ, ਉਹਨਾਂ ਦੇ ਜੋ ਖਾਣ ਪੀਣ ਸੀ ਉਹਨਾਂ ਬਾਰੇ ਅਸੀਂ ਪੜ੍ਹ ਸਕਦੇ ਹਾਂ। ਇਹ ਸਾਰਾ ਕੀ ਐਂਥਰੋਪੋਲੋਜੀ ਦੇ ਵਿੱਚ ਅਸੀਂ ਪੜ੍ਹ ਸਕਦੇ ਹਾਂ। ਅਤੇ ਐਂਥਰੋਪੋਲੋਜੀ ਤੋਂ ਜਿਹੜੇ ਜਾਣਕਾਰੀ ਉਹ ਅਸੀਂ ਸਮਾਜ ਦੇ ਵਿੱਚ ਰਹਿ ਕੇ ਹੀ ਹਾਸਲ ਕਰ ਸਕਦੇ ਹੈਗੇ। ਤਾਂ ਜਿਹੜਾ ਇਸ ਚੈਪਟਰ ਦੇ ਨਾਲ ਜੋ ਕੁਛ ਕੁਐਸਚਨ ਨੇ ਜਿਹੜੇ ਤੁਹਾਡੇ ਕੋਲ, ਉਹਨਾਂ ਵਿੱਚ ਹੈਗਾ ਵੀ ਸੋਸ਼ੋਲੋਜੀ ਦਾ ਮਤਲਬ ਕੀ ਹੈਗੀ, ਸੁਸਾਇਟੀ ਕੀ ਹੈ ਸਾਡੇ ਕੋਲ, ਜਿਹੜਾ ਹੋਰ ਕੀ ਹੈਗਾ ਸਾਡੇ ਲਈ, ਹਿਊਮਨ ਸੁਸਾਇਟੀ ਡਿਫਰੈਂਟ ਜਿਹੜੀ ਹੈਗੀਆਂ ਨੇ, ਐਨੀਮਲ ਸੁਸਾਇਟੀ, ਉਹਦੇ ਬਾਰੇ ਜਾਣ ਸਕਦੇ ਹਾਂ। ਕੰਟੀਨਿਊਸ ਪ੍ਰੋਸੈਸ ਕਿਵੇਂ ਹੋ ਰਿਹਾ ਹੈਗਾ ਸੁਸਾਇਟੀ ਦਾ, ਜੋ ਸਟੇਟ ਮੇਨ ਫੀਚਰ ਨੇ ਸੋਸ਼ੋਲੋਜੀ ਦੇ ਉਹ ਕੀ ਨੇ, ਇਹਨਾਂ ਬਾਰੇ ਜੋ ਅਸੀਂ ਚੈਪਟਰ ਵਿੱਚ ਪੜ੍ਹ ਸਕਦੇ ਹਾਂ, ਜੋ ਐਕਸਪਲੇਨੇਸ਼ਨ ਮਤਲਬ ਤੁਸੀਂ ਸਮਝਿਆ ਉਹ ਤੁਸੀਂ ਕਰ ਸਕਦੇ ਹੋ ਉਹਦੇ ਵਿੱਚ। ਤਾਂ ਇਹਦੇ ਵਿੱਚ ਜਿਹੜਾ ਸਾਡੇ ਕੋਲ ਹੈ ਵੀ ਇੱਕ ਫੋਰ ਐਗਜ਼ਾਮਪਲ ਦੇ ਤੌਰ 'ਤੇ ਇਹ ਕੁਐਸਚਨ ਜਿਹੜੇ ਤੁਹਾਡੇ ਕੋਲ ਆ ਗਏ, ਇਹਨਾਂ ਦੇ ਤੁਸੀਂ ਖੁਦ ਜਿਹੜੇ ਆਨਸਰ ਆ ਤੁਸੀਂ ਲੱਭ ਸਕਦੇ ਹੋਗੇ, ਕਰ ਸਕਦੇ ਹੋਗੇ। ਤਾਂ ਇਹਨਾਂ ਨੂੰ ਜਿਹੜਾ ਸਮਝ ਕੇ ਤੁਸੀਂ ਇਹਨਾਂ ਦੀ ਐਕਸਪਲੇਨੇਸ਼ਨ ਤੁਸੀਂ ਕਰ ਸਕਦੇ ਹੋ, ਤੁਹਾਨੂੰ ਜੋ ਵੀ ਇਸ ਚੈਪਟਰ ਦੇ ਵਿੱਚੋਂ ਜਿਹੜਾ ਮਤਲਬ ਐਕਸਪਲੇਨ ਦੇ ਦੌਰਾਨ ਜਿਹੜਾ ਸਮਝ ਲੱਗੀ। ਤਾਂ ਜੋ ਅੱਜ ਦਾ ਜੋ ਆਪਣਾ ਟੋਪਿਕ ਸੀਗਾ ਸੋਸ਼ੋਲੋਜੀ ਐਂਡ ਸੁਸਾਇਟੀ ਦਾ, ਜੋ ਫਸਟ ਚੈਪਟਰ ਸਾਡਾ, ਉਹ ਜਿਹੜਾ ਉਸਦੀ ਅਸੀਂ ਐਕਸਪਲੇਨੇਸ਼ਨ ਜਿਹੜਾ ਅਸੀਂ ਸਮਝਿਆ ਉਸਨੂੰ। ਤਾਂ ਜੋ ਇਹਦੇ ਬਾਰੇ ਜਿਹੜਾ ਸੋਸ਼ੋਲੋਜੀ ਸੁਸਾਇਟੀ ਬਾਰੇ ਅਸੀਂ ਜਾਣਿਆ। ਤਾਂ ਤੁਹਾਨੂੰ ਜਿਹੜਾ ਇਸ ਚੈਪਟਰ ਬਾਰੇ ਜਿਹੜੀ ਜਾਣਕਾਰੀ ਆ, ਬਹੁਤ ਸਾਰੀ ਜਿਹੜੀ ਜਾਣਕਾਰੀ ਮਿਲੀ ਵੀ ਹੋਣੀ ਆ। ਤਾਂ ਜੋ ਅਸੀਂ ਸਕੋਪ ਪੜ੍ਹਿਆ ਪਹਿਲਾਂ, ਫਿਰ ਅਸੀਂ ਜਿਹੜਾ ਉਸ ਦੀ ਜਿਹੜੀ ਰਿਲੇਸ਼ਨਸ਼ਿਪ ਨੇ ਅਦਰ ਸਬਜੈਕਟ ਦੇ ਨਾਲ ਜਿਹੜਾ ਅਸੀਂ ਪੜ੍ਹੇ। ਤਾਂ ਅੱਜ ਦੇ ਲਈ ਜਿਹੜੀ ਆਪਣੀ ਕਲਾਸ ਸੀ ਉਹ ਫਸਟ ਚੈਪਟਰ ਦੀ ਇੱਥੋਂ ਤੱਕ ਹੀ ਐਂਡ ਸੀ, ਇਹ ਐਂਡ ਹੁੰਦੀ ਹੈਗੀ ਇੱਥੋਂ। ਤਾਂ ਥੈਂਕ ਯੂ ਸਟੂਡੈਂਟਸ।